Dear students, I am Shrestha Gupta from Dr. Hari Singh Sevak Senior Secondary School, Kotkapura. ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ CBSE ਮੈਥਮੈਟਿਕਸ ਕਲਾਸ 10th ਦਾ ਲੈਸਨ 8 ਇੰਟਰੋਡਕਸ਼ਨ ਟੂ ਟ੍ਰਿਗਨੋਮੈਟਰੀ ਡਿਸਕਸ ਕਰਾਂਗੇ। ਬੇਟਾ ਇਹ ਜਿਹੜਾ ਚੈਪਟਰ ਹੈ ਟ੍ਰਿਗਨੋਮੈਟਰੀ, ਇਹ ਕਲਾਸ 10th ਦੇ ਵਿੱਚ ਹੀ ਟ੍ਰਿਗਨੋਮੈਟਰੀ ਇੰਟਰੋਡਿਊਸ ਹੁੰਦੀ ਹੈ ਤੇ ਬੱਚਿਆਂ ਨੂੰ ਕਈ ਵਾਰੀ ਇਹ ਕਾਫੀ ਔਖੀ ਲੱਗਦੀ ਹੈ, ਲੇਕਿਨ ਇਹ ਟੌਪਿਕ ਬਹੁਤ ਜ਼ਿਆਦਾ ਈਜ਼ੀ ਹੈ। ਤੁਹਾਡੇ ਦੋ ਚੈਪਟਰ ਹੈਗੇ ਆ ਟ੍ਰਿਗਨੋਮੈਟਰੀ ਦੇ, ਲੈਸਨ ਨੰਬਰ 8 ਇੰਟਰੋਡਕਸ਼ਨ ਟੂ ਟ੍ਰਿਗਨੋਮੈਟਰੀ ਤੇ ਇੱਕ ਹੈਗਾ ਲੈਸਨ 9 ਹਾਈਟਸ ਐਂਡ ਡਿਸਟੈਂਸਿਸ। ਇਹ ਦੋਵੇਂ ਟੌਪਿਕ ਟ੍ਰਿਗਨੋਮੈਟਰੀ ਦੇ ਹੈ। ਅਗਰ ਆਪਾਂ ਇਸ ਟ੍ਰਿਗਨੋਮੈਟਰੀ ਨੂੰ ਥੋੜ੍ਹੇ ਜਿਹੇ ਬੇਸਿਕਸ ਜਿਹੜੇ ਹੈਗੇ ਇਹਦੇ ਅੱਛੀ ਤਰ੍ਹਾਂ ਸਮਝ ਲਈਏ ਤਾਂ ਇਹ ਈਜ਼ੀਐਸਟ ਟੌਪਿਕ ਹੈ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਟ੍ਰਿਗਨੋਮੈਟਰੀ ਹੈ ਕੀ। ਟ੍ਰਿਗਨੋਮੈਟਰੀ ਵਰਡ ਜਿਹੜਾ ਹੈਗਾ ਇਹ ਤਿੰਨ ਵਰਡਸ ਟਰਾਈ, ਗੌਨ ਤੇ ਮੈਟਰੋਨ ਤੋਂ ਮਿਲ ਕੇ ਬਣਿਆ ਹੈ। ਟਰਾਈ ਮੀਨਿੰਗ ਹੁੰਦਾ ਹੈ 3, ਗੌਨ ਮੀਨਿੰਗ ਸਾਈਡਸ, ਮੈਟਰੋਨ ਮੀਨਿੰਗ ਮੈਜਰ। ਤਾਂ ਟ੍ਰਿਗਨੋਮੈਟਰੀ ਕੀ ਹੈ? ਇਹ ਇਟ ਇਜ਼ ਅ ਸਟੱਡੀ ਆਫ ਰਿਲੇਸ਼ਨਸ਼ਿਪ ਬਿਟਵੀਨ ਦ ਸਾਈਡਸ ਐਂਡ ਐਂਗਲਸ ਆਫ ਏ ਟਰਾਇੰਗਲ, ਕਿ ਇੱਕ ਟਰਾਇੰਗਲ ਦੀਆਂ ਜੋ ਸਾਈਡਸ ਹੈ ਤੇ ਉਸਦੇ ਜੋ ਐਂਗਲਸ ਹੈ ਉਹਨਾਂ ਦੇ ਰਿਲੇਸ਼ਨਸ਼ਿਪ ਦੀ ਸਟੱਡੀ ਨੂੰ ਆਪਾਂ ਟ੍ਰਿਗਨੋਮੈਟਰੀ ਕਹਿੰਦੇ ਹਾਂ। ਹੁਣ ਜਿਹੜੀ ਟਰਾਇੰਗਲ ਇਹਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ ਉਹ ਸਿਰਫ ਆਪਾਂ ਰਾਈਟ ਟਰਾਇੰਗਲ ਨੂੰ ਹੀ ਸਟੱਡੀ ਕਰਦੇ ਹਾਂ। ਰਾਈਟ ਟਰਾਇੰਗਲ ਬਾਰੇ ਤੁਸੀਂ ਛੋਟੀਆਂ ਕਲਾਸਿਸ ਦੇ ਵਿੱਚ ਵੀ ਪਹਿਲਾਂ ਪੜ੍ਹਿਆ ਹੋਇਆ ਹੈ। ਟ੍ਰਿਗਨੋਮੈਟਰੀ ਕਰਨ ਦੇ ਲਈ ਜੋ ਸਾਨੂੰ ਬੇਸਿਕਸ ਚਾਹੀਦੇ ਹੈ ਉਹ ਹੈ, ਸਭ ਤੋਂ ਪਹਿਲਾਂ ਸਾਨੂੰ ਪਾਇਥਾਗੋਰਸ ਦਾ ਰੂਲ ਪਤਾ ਹੋਣਾ ਚਾਹੀਦਾ ਹੈ। ਰਾਈਟ ਟਰਾਇੰਗਲ ਦੇ ਵਿੱਚ ਆਪਾਂ ਨੂੰ ਇਹ ਪਤਾ ਹੈ ਇੱਕ ਐਂਗਲ ਉਹਦੇ ਵਿੱਚ 90 ਡਿਗਰੀ ਹੋਏਗਾ। 90 ਡਿਗਰੀ ਦੇ ਸਾਹਮਣੇ ਵਾਲੀ ਸਾਈਡ ਨੂੰ ਆਪਾਂ ਹਾਈਪੋਟੇਨਿਊਜ਼ ਕਹਿੰਦੇ ਹਾਂ ਤੇ ਦੂਸਰੀਆਂ ਦੋ ਸਾਈਡਸ ਇੱਕ ਬੇਸ ਹੁੰਦੀ ਹੈ ਤੇ ਇੱਕ ਪਰਪੈਂਡੀਕੂਲਰ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਇਥਾਗੋਰਸ ਥਿਓਰਮ ਆਪਾਂ ਕਿਵੇਂ ਲਗਾਉਣੇ ਹੈ। ਪਾਇਥਾਗੋਰਸ ਥਿਓਰਮ ਦੇ ਅਕੋਰਡਿੰਗਲੀ ਹਾਈਪੋਟੇਨਿਊਜ਼ ਸਕੁਅਰ ਇਜ਼ ਇਕੁਅਲ ਟੂ ਬੇਸ ਸਕੁਅਰ ਪਲੱਸ ਪਰਪੈਂਡੀਕੂਲਰ ਸਕੁਅਰ। ਸਭ ਤੋਂ ਜ਼ਿਆਦਾ ਜ਼ਰੂਰੀ ਪਹਿਲਾਂ ਆਉਣੀ ਚਾਹੀਦੀ ਆਪਾਂ ਨੂੰ ਪਾਇਥਾਗੋਰਸ ਥਿਓਰਮ। ਨੰਬਰ 2 ਜਿਹੜਾ ਮੇਨ ਪੁਆਇੰਟ ਹੈ ਇਸ ਟ੍ਰਿਗਨੋਮੈਟਰੀ ਦੇ ਵਿੱਚ ਉਹ ਕੀ ਹੈ ਕਿ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਟਰਾਇੰਗਲ ਦੇ ਵਿੱਚ ਬੇਸ ਕਿਹੜਾ ਹੈ, ਪਰਪੈਂਡੀਕੂਲਰ ਕਿਹੜਾ ਹੈ ਤੇ ਹਾਈਪੋਟੇਨਿਊਜ਼ ਕਿਹੜਾ ਹੈ। ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜੀ ਸਾਈਡ 90 ਡਿਗਰੀ ਐਂਗਲ ਦੇ ਸਾਹਮਣੇ ਹੁੰਦੀ ਹੈ ਉਹਨੂੰ ਆਪਾਂ ਹਾਈਪੋਟੇਨਿਊਜ਼ ਕਹਿੰਦੇ ਹਾਂ। ਜਿਹੜੀਆਂ ਦੂਸਰੀਆਂ ਦੋ ਸਾਈਡਸ ਹੈ ਉਹਨਾਂ ਵਿੱਚੋਂ ਕਿਹੜੀ ਬੇਸ ਹੈ ਤੇ ਕਿਹੜੀ ਪਰਪੈਂਡੀਕੂਲਰ ਹੈ, ਸਿਰਫ ਇਸ ਦਾ ਆਪਾਂ ਨੂੰ ਕਈ ਵਾਰ ਬੱਚਿਆਂ ਨੂੰ ਕਨਫਿਊਜ਼ਨ ਹੁੰਦਾ ਹੈ ਕਿ ਇਹਨਾਂ 'ਚ ਬੇਸ ਕਿਹੜਾ ਲੈਣਾ ਤੇ ਪਰਪੈਂਡੀਕੂਲਰ ਕਿਹੜਾ, ਕਿਉਂਕਿ ਜਿਉਂ ਹੀ ਅਸੀਂ ਸਾਈਡ ਘੁਮਾ ਦਈਏ ਟਰਾਇੰਗਲ ਦੀ ਤਾਂ ਇਸ ਵੇਲੇ ਇਹ ਜਿਹੜੀ ਸਾਈਡ ਹੈ ਟਰਾਇੰਗਲ ਘੁਮਾਉਣ ਦੇ ਨਾਲ ਇਸ ਵੇਲੇ ਅਗਰ ਮੈਂ ਐਂਗਲ C ਦੇ ਅਕੋਰਡਿੰਗਲੀ ਦੇਖਾਂ ਤਾਂ ਆਹ ਵਾਲੀ ਸਾਈਡ ਬੇਸ ਹੋ ਗਈ ਹੈ ਤੇ ਆਹ ਵਾਲੀ ਪਰਪੈਂਡੀਕੂਲਰ ਹੋ ਗਈ ਹੈ। ਤਾਂ ਬੇਸ ਤੇ ਪਰਪੈਂਡੀਕੂਲਰ ਨੂੰ ਆਪਾਂ ਕਿਸ ਤਰ੍ਹਾਂ ਡਿਫਰੈਂਟਲੀ ਸਮਝਣਾ? ਸਪੋਜ਼ ਕੀਤਾ ਆਪਣੇ ਕੋਲੇ ਆਹ ਦੋ ਟਰਾਇੰਗਲਸ ਹੈਗੇ ਆ ABC ਤੇ ਇੱਕ ਹੈਗਾ ਦੂਸਰਾ ਟਰਾਇੰਗਲ ਇਹ ਵਾਲਾ ABC। ਦੋਹਾਂ ਦੇ ਵਿੱਚ ਜਿਹੜੀ ਹਾਈਪੋਟੇਨਿਊਜ਼ ਹੈ, ਜਿਹੜੀ ਸਲੈਂਟ ਲਾਈਨ ਹੈਗੀ ਹੈ, ਇਹਨੂੰ ਆਪਾਂ ਹਾਈਪੋਟੇਨਿਊਜ਼ ਕਹਾਂਗੇ। ਇਹ ਬਿਲਕੁਲ ਚੇਂਜ ਨਹੀਂ ਹੋਣੀ, ਇਹ ਫਿਕਸ ਹੋ ਗਈ ਹੈ। ਜਿਹੜੀਆਂ ਹੁਣ ਦੂਸਰੀਆਂ ਦੋ ਸਾਈਡਸ ਹੈ ਇਹਨਾਂ ਦੇ ਵਿੱਚੋਂ ਆਪਾਂ ਕਲੀਅਰ ਕਰਨਾ ਹੈ ਕਿ ਬੇਸ ਕਿਹੜਾ ਹੈ ਤੇ ਪਰਪੈਂਡੀਕੂਲਰ ਕਿਹੜਾ ਹੈ। ਹੁਣ ਜਦੋਂ ਆਪਾਂ ਐਂਗਲ A ਲਵਾਂਗੇ, ਇਹ ਐਂਗਲ ਦੇ ਅਕੋਰਡਿੰਗਲੀ ਆਪਾਂ ਇਹਦੇ ਵਿੱਚ ਕੀ ਵੇਖਦੇ ਹਾਂ, ਇਹ ਦੋ ਸਾਈਡਾਂ ਦੇ ਨਾਲ ਬਣਿਆ, ਇੱਕ ਸਾਈਡ AB ਦੇ ਨਾਲ ਤੇ ਇੱਕ ਸਾਈਡ AC ਦੇ ਨਾਲ। AC ਸਾਈਡ ਹੈ ਜਿਹੜੀ ਇਹਦੇ ਵਿੱਚੋਂ ਉਹ ਤਾਂ ਹੋ ਗਈ ਹਾਈਪੋਟੇਨਿਊਜ਼। ਜਿਹੜੀ ਦੂਸਰੀ ਸਾਈਡ ਹੈ ਇਹ ਵਾਲੀ AB, ਇਹ ਤੁਹਾਡਾ ਬੇਸ ਹੋਏਗਾ। ਇਹ ਜਿਹੜੀ ਐਂਗਲ ਬਣੇਗਾ ਇਸ ਨੂੰ ਆਪਾਂ ਇਸ ਐਂਗਲ ਵਾਲੀ ਸਾਈਡ ਨੂੰ ਆਪਾਂ ਬੇਸ ਕਵਾਂਗੇ। ਅਗਰ ਮੈਂ ਐਂਗਲ C ਨੂੰ ਦੇਖਾਂ, C ਦੇ ਅਕੋਰਡਿੰਗਲੀ ਫਿਰ ਕੀ ਹੋਏਗਾ, ਹਾਈਪੋਟੇਨਿਊਜ਼ ਵਾਲੀ ਲਾਈਨ ਤਾਂ ਆਣੀ ਹੈ, ਲੇਕਿਨ ਹੁਣ ਇਹਦੇ ਨਾਲ ਜਿਹੜੀ ਬਿਲਕੁਲ ਇਹਦੇ ਨਾਲ ਲੱਗਦੀ ਲਾਈਨ ਹੈ, ਇਹਦੇ ਐਡਜਸੈਂਟ ਲਾਈਨ ਹੈ, ਉਹ ਹੈ ਇਸ 'ਚ BC। ਤਾਂ C ਐਂਗਲ ਦੇ ਅਕੋਰਡਿੰਗਲੀ ਬੇਸ ਹੈ ਜਿਹੜਾ ਉਹ BC ਹੈ ਤੇ ਪਰਪੈਂਡੀਕੂਲਰ ਜਿਹੜਾ AB ਹੈ। ਅਗਰ ਮੈਂ A ਐਂਗਲ ਦੇ ਅਕੋਰਡਿੰਗਲੀ ਲਵਾਂ ਤਾਂ ਬੇਸ AB ਹੈ ਤੇ ਪਰਪੈਂਡੀਕੂਲਰ BC ਹੈ। ਨੈਕਸਟ ਇਜ਼ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਆਫ ਦਾ ਐਂਗਲ। ਇਹ ਹੈ ਕੀ ਚੀਜ਼? ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਕੀ ਹੁੰਦੀਆਂ? ਦ ਸਟੱਡੀ ਆਫ
रेशो ऑफ साइड्स ऑफ राइट ट्राइंगल विद रिस्पैक्ट टू अक्यूट एंगल्स। इस ट्राइंगल ਦੇ ਵਿੱਚ ਦੋ ਅਕਿਊਟ ਐਂਗਲ ਹੈ, ਐਂਗਲ A ਤੇ ਐਂਗਲ C, इज़ नोन एज ट्रिग्नोमैट्रिक रेशोज़। फॉर एग्जाम्पल ਆਪਾਂ ਰੇਸ਼ੋ ਆਪਾਂ ਲੈ ਸਕਦੇ ਹਾਂ BC ਓਵਰ AC ਲਈ ਜਾ ਸਕਦੀ ਹੈ, ਜਾਂ ਆਪਾਂ AB ਓਵਰ AC ਲੈ ਸਕਦੇ ਹਾਂ, ਜਾਂ ਆਪਾਂ ਲੈ ਸਕਦੇ ਹਾਂ BC ਓਵਰ AB ਲੈ ਸਕਦੇ ਹਾਂ, AC ਓਵਰ BC, AC ओवर AB और AB ओवर BC। इस तरह की जिहड़ी आपां रेशो लैंदे हैं, इन्हां दी स्टडी है जिहड़ी उसनूं आपां ट्रिग्नोमैट्रिक रेशोज़ कहने हैं। सो ट्रिग्नोमैट्रिक रेशोज़ की होईयां? इट इज़ अ स्टडी ऑफ रेशो ऑफ साइड्स ऑफ ए राइट ट्राइंगल विद रिस्पैक्ट टू इट्स अक्यूट एंगल्स। अगर सानू किसी एक टी रेशो का पता होवे तां असीं उहदी हैल्प दे नाल बाकी सारियां टी रेशोज़ पता कर सकते हैं। हाँ जी, आपां हुण ट्रिग्नोमैट्रिक रेशोज़ और टी रेशोज़ नूं आपां किवें लिख सकते हैं? तां साइन थीटा बनदा है P ओवर H। P स्टैंड्स फॉर परपेंडिकुलर, H फॉर हाईपोटेन्यूज एंड B फॉर बेस। हुण तुसीं सोचदे होगे कि ये थीटा की चीज़ है। थीटा सिर्फ एंगल का नाम रखिया मैं, इस एंगल नूं आपां ए दे नाल भी डिनोट कर सकते हैं तो थीटा दे नाल भी डिनोट कर सकते हैं। जनरलाइज करने दे लई मैं इस एंगल का नाम थीटा रखा है। हुण अगर मैं एंगल आ वाला थीटा लिया है तो ये विच बेस किहड़ा होएगा? नीचे वाली लाइन AB होएगी, तो परपेंडिकुलर किहड़ा होएगा? साइड आपोजिट टू दिस एंगल थीटा, वो है BC। BC विच परपेंडिकुलर होएगा, AB इस विच बेस होएगा, AC इसका हाईपोटेन्यूज है। तो साइन थीटा इज इक्वल टू P ओवर H, कॉस थीटा इज इक्वल टू B ओवर H, टैन थीटा इज इक्वल टू P ओवर B। ये पहलियां तीन है जिहड़ियां वो मेन है, साइन कॉस ते टैन। जिहड़ियां अगलियां हैगियां कॉट थीटा, इट इज़ रेसिप्रोकल ऑफ टैन B ओवर P। नैक्सट सीकेंट थीटा, इट इज़ रेसिप्रोकल ऑफ कॉस थीटा H ओवर B, ते कोसिकेंट थीटा इट इज़ रेसिप्रोकल ऑफ साइन थीटा। हुण इन्हां नूं अपना याद रखने का बड़ा ही सौखा जिहा तरीका है, वो है इस तरह इन्हां नूं याद रखना मुश्किल है, बिल्कुल सौखा तरीका। पंडित बदरी प्रसाद हर हर बोले, सोना चांदी तोले। की मतलब है? P ओवर H कर दिए तो बन जाता है साइन थीटा, B ओवर H कॉस थीटा, P ओवर B टैन थीटा, तो H ओवर P कर देंगे तो साइन का रेसिप्रोकल कोसिकेंट बन जाएगा, H ओवर B करन दे नाल कॉस का रेसिप्रोकल सीकेंट हो जाएगा, B ओवर P करन नाल टैन का रेसिप्रोकल कॉट हो जाएगा। तो ट्रिग्नोमैट्री के 3 बेसिक्स जिहड़े आपां यूज़ करते हैं वो है, पहला है पाइथागोरस थ्योरम, दूसरा है सानू ट्राइंगल दी साइड्स के अकॉर्डिंगली बेस ते परपेंडिकुलर का पता होना, तो तीसरा जिहड़ा मूल मंत्र है वो है पंडित बदरी प्रसाद हर हर बोले, सोना चांदी तोले। मीनिंग P ओवर H साइन, B ओवर H कॉस, P ओवर B टैन। तो बाकी दियां 3 जिहड़ियां वो इन्हां दियां रेसिप्रोकल है। हाँ जी, ये जिहड़ियां टी रेशोज़ है इन्हां नूं आपां इस ऑर्डर दे विच याद रखना है, साइन थीटा, कॉस थीटा, टैन थीटा, कॉट थीटा, सीकेंट थीटा ते कोसिकेंट थीटा। ਇਹਦੇ ਵਿੱਚ ਆਪਾਂ ਕੀ ਦੇਖਦੇ ਹਾਂ? ਟੈਨ ਥੀਟਾ ਤੇ ਕਾਟ ਥੀਟਾ ਜਿਹੜੇ ਉਹ ਇੱਕ ਦੂਸਰੇ ਦੇ ਰੈਸੀਪ੍ਰੋਕਲ ਹੈ, ਕੌਸ ਥੀਟਾ ਤੇ ਸੀਕੈਂਟ ਥੀਟਾ ਇੱਕ ਦੂਸਰੇ ਦੇ ਰੈਸੀਪ੍ਰੋਕਲ ਹੈ, ਸਾਈਨ ਥੀਟਾ ਤੇ ਕੋਸੀਕੈਂਟ ਥੀਟਾ ਇੱਕ ਦੂਸਰੇ ਦੇ ਰੈਸੀਪ੍ਰੋਕਲ ਹੈ। ਤਾਂ ਇਹਦੇ ਵਿੱਚ ਆਪਾਂ ਜਿਸ ਤਰ੍ਹਾਂ ਪਾਣੀ ਦੇ ਵਿੱਚ ਇੱਕ ਪੱਥਰ ਸੁੱਟ ਦਈਏ ਤਾਂ ਇਸ ਤਰ੍ਹਾਂ ਸਰਕਲਸ ਬਣਦੇ ਹੈ, ਤਾਂ ਇਹ ਤੁਸੀਂ ਇਸ ਤਰੀਕੇ ਦੇ ਨਾਲ ਵੀ ਇਹਨਾਂ ਨੂੰ ਯਾਦ ਰੱਖ ਸਕਦੇ ਹੋ। ਨੈਕਸਟ ਹੈ ਕਿ ਸਾਈਨ ਥੀਟਾ ਓਵਰ ਕੌਸ ਥੀਟਾ ਅਗਰ ਆਪਾਂ ਕਰਦੇ ਹਾਂ ਤਾਂ ਇਹ ਹੁੰਦਾ ਸਾਈਨ ਥੀਟਾ ਦੀ ਵੈਲਿਊ ਹੁੰਦੀ ਹੈ P ਓਵਰ H ਅਤੇ ਕੌਸ ਥੀਟਾ ਹੁੰਦਾ B ਓਵਰ H। ਜਦੋਂ ਆਪਾਂ ਡਿਵਾਈਡ ਕਰਾਂਗੇ H ਨਾਲ H ਕੈਂਸਲ ਹੋ ਗਈ ਅਤੇ ਆਪਣੇ ਕੋਲ ਬਚ ਜਾਂਦਾ P ਓਵਰ B। P ਓਵਰ B ਕੀ ਸੀਗਾ? ਟੈਨ ਥੀਟਾ। ਇਟ ਮੀਨਸ ਸਾਈਨ ਥੀਟਾ ਓਵਰ ਕੌਸ ਥੀਟਾ ਇਜ਼ ਇਕੁਅਲ ਟੂ ਟੈਨ ਥੀਟਾ। ਸਿਮਿਲਰਲੀ ਕੌਸ ਥੀਟਾ ਓਵਰ ਸਾਈਨ ਥੀਟਾ ਇਜ਼ ਇਕੁਅਲ ਟੂ ਕੌਟ ਥੀਟਾ। ਅਤੇ ਜੋ ਸੀਕੈਂਟ ਥੀਟਾ ਹੈ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? 1 ਓਵਰ ਕੌਸ ਥੀਟਾ
ਤੇ ਕੋਸੀਕੈਂਟ ਥੀਟਾ ਨੂੰ ਆਪਾਂ ਲਿਖ ਸਕਦੇ ਹਾਂ 1/sin ਥੀਟਾ। ਆਈ ਹੋਪ ਤੁਹਾਨੂੰ ਇਹ ਬੇਸਿਕਸ ਸਮਝ ਆ ਗਏ ਹੋਣਗੇ। ਤੇ ਹੁਣ ਆਪਾਂ ਇਹਨਾਂ ਦੀ ਇੰਪਲੀਮੈਂਟੇਸ਼ਨ ਲਈ ਸਟਾਰਟ ਕਰਦੇ ਹਾਂ 8.1। Question number 1, in triangle ABC, right angled at B, AB is equal to 24 centimeter, BC is equal to 7 centimeter, find sin A cos A, sin C cos C। ਤਾਂ ਬੇਟਾ ਹੁਣ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਸਾਡਾ ਜਿਹੜਾ ਕੰਮ ਹੈ, ਅਸੀਂ ਸਭ ਤੋਂ ਪਹਿਲਾਂ ਰਾਈਟ ਟਰਾਇੰਗਲ ਬਣਾਉਣੀ ਹੈ ਜਿਹਦੇ ਵਿੱਚ ਐਂਗਲ B 90 ਡਿਗਰੀ ਲੈਣਾ ਹੈ। ਤਾਂ ਆਪਾਂ ਇਸ ਦੀ ਲੇਬਲਿੰਗ ਕਰ ਲੈਣੀ ਹੈ B ਤੇ 90 ਡਿਗਰੀ। ਤਾਂ ਜਿਹੜੀਆਂ ਆਪਾਂ ਨੂੰ ਸਾਈਡਸ ਦਿੱਤੀਆਂ ਉਹ ਆਪਾਂ ਲੈ ਲਈਆਂ। ਤਾਂ ਪਹਿਲਾ ਸਟੈਪ ਆਪਣਾ ਕੀ ਸੀਗਾ, ਟੂ ਯੂਜ਼ ਪਾਈਥਾਗੋਰਸ ਐਜ਼ ਵੀ ਡੋਂਟ ਨੋ ਥਰਡ ਸਾਈਡ। ਅਸੀਂ ਤੀਸਰੀ ਸਾਈਡ ਨੂੰ ਫਾਈਂਡ ਕਰਨ ਦੇ ਲਈ ਪਾਈਥਾਗੋਰਸ ਅਪਲਾਈ ਕਰਾਂਗੇ। ਹਾਈਪੋਟੇਨਿਊਜ਼ ਸਕੁਏਅਰ ਇਜ਼ ਇਕੁਅਲ ਟੂ ਬੇਸ ਸਕੁਏਅਰ ਪਲੱਸ ਪਰਪੈਂਡੀਕੂਲਰ ਸਕੁਏਅਰ। ਤਾਂ ਇਹਦੇ ਵਿੱਚ ਮੈਂ ਲਗਾਇਆ AC ਸਕੁਏਅਰ ਇਜ਼ ਇਕੁਅਲ ਟੂ AB ਸਕੁਏਅਰ ਪਲੱਸ BC ਸਕੁਏਅਰ। ਆ ਵੈਲਿਊਜ਼ ਲਗਾ ਦੇਣੀਆਂ। AB ਹੈਗਾ ਆਪਣੇ ਕੋਲ 24 ਤੇ BC ਹੈਗਾ 7। ਇਹਨਾਂ ਦਾ ਆਪਾਂ ਸਕੁਏਅਰ ਕਰ ਲਿਆ। ਤਾਂ 576 ਪਲੱਸ 49 625 ਹੋ ਗਿਆ। AC ਆਪਾਂ ਫਾਈਂਡ ਕਰਨ ਦੇ ਲਈ ਇਹਦਾ ਰੂਟ ਲਵਾਂਗੇ, ਦੋਨੇ ਪਾਸੇ ਸਕੁਏਅਰ ਰੂਟ ਲੈ ਲਿਆ ਤੇ AC ਦੀ ਵੈਲਿਊ ਸਾਡੇ ਕੋਲ ਆ ਚੁੱਕੀ ਹੈ 25 ਸੈਂਟੀਮੀਟਰ। ਤਾਂ ਅਸੀਂ ਜਿਹੜਾ ਪਹਿਲਾ ਸਟੈਪ ਸੀ ਉਹ ਅਪਲਾਈ ਕਰ ਚੁੱਕੇ ਹਾਂ। ਦੂਸਰਾ ਸਟੈਪ ਸਾਡਾ ਕੀ ਹੈ, ਟੂ ਫਾਈਂਡ T ਰੇਸ਼ੋਜ਼ ਵੀ ਯੂਜ਼ ਪੰਡਤ ਬਦਰੀ ਪ੍ਰਸਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ। ਮਤਲਬ P/H ਇਜ਼ ਇਕਲ ਟੂ ਸਾਈਨ B/H ਇਕਲ ਟੂ cos P/B ਇਜ਼ ਇਕਲ ਟੂ tan। ਤਾਂ ਆਪਾਂ ਫਾਈਂਡ ਕਰਨਾ ਸੀਗਾ ਪਹਿਲੇ ਪਾਰਟ ਦੇ ਵਿੱਚ ਸਾਈਨ C ਫਾਈਂਡ ਕਰਨ ਦੇ ਲਈ ਇਹ ਧਿਆਨ ਨਾਲ ਦੇਖੋ, ਟਰਾਇੰਗਲ ਦੇ ਵਿੱਚ ਆਹ ਐਂਗਲ C ਹੈ। ਆਪਾਂ ਇਹਦੇ ਅਕੋਰਡਿੰਗਲੀ ਦੇਖਣਾ ਹੈ, ਇਸ ਐਂਗਲ ਦੇ ਅਕੋਰਡਿੰਗਲੀ ਬੇਸ ਕਿਹੜਾ ਹੈ, ਪਰਪੈਂਡੀਕੂਲਰ ਕਿਹੜਾ ਹੈ ਤੇ ਹਾਈਪੋਟੇਨਿਊਜ਼ ਕਿਹੜਾ ਹੈ। ਹਾਈਪੋਟੇਨਿਊਜ਼ ਆਪਾਂ ਨੂੰ ਪਤਾ ਹੈ ਕਿ ਇਹ ਲਾਈਨ ਫਿਕਸ ਰਹੇਗੀ। ਆਹ ਜਿਹੜਾ ਆਪਾਂ ਫਾਈਂਡ ਕੀਤਾ ਹੈ ਇਹ 25 ਹੈ। ਸਿਰਫ ਇਹ ਦੋ ਚੀਜ਼ਾਂ ਜਿਹੜੀਆਂ ਆਪਾਂ ਧਿਆਨ ਨਾਲ ਦੇਖਣੀਆਂ। ਅਗਰ ਆਪਾਂ ਸਾਈਨ C ਐਂਗਲ ਦੀ ਗੱਲ ਕਰ ਰਹੇ ਹਾਂ ਤਾਂ C ਐਂਗਲ ਬਣਿਆ ਹੋਇਆ ਜਿਹੜੀ ਸਾਈਡ ਦੇ ਨਾਲ, ਹਾਈਪੋਟੇਨਿਊਜ਼ ਤਾਂ ਕਾਮਨ ਹੀ ਰਹਿਣਾ ਤੇ ਇਹ ਅਦਰ ਸਾਈਡ ਜਿਹੜੀ ਹੈ ਦੈਟ ਇਜ਼ ਬੇਸ। BC ਇਹਦੇ ਵਿੱਚ ਬੇਸ ਹੈ ਤੇ AB ਇਹਦਾ ਪਰਪੈਂਡੀਕੂਲਰ ਹੈ। ਤਾਂ ਆਪਾਂ ਆਪਣਾ ਫਾਰਮੂਲਾ ਲਗਾਇਆ ਸਾਈਨ C ਇਜ਼ ਇਕਲ ਟੂ P/H। P ਇਹਦਾ ਕਿੰਨਾ ਹੈਗਾ 24 ਸੈਂਟੀਮੀਟਰ ਓਵਰ H ਇਹਦਾ ਹੈ 25 ਸੈਂਟੀਮੀਟਰ। ਤਾਂ ਸੈਂਟੀਮੀਟਰ ਸੀ ਜਿਹੜੇ ਉਹ ਆਪਣੇ ਕੈਂਸਲ ਹੋ ਕੇ ਰੇਸ਼ੋ ਆ ਗਈ ਆਪਣੇ ਕੋਲੇ 24/25। ਸੇਮ ਆਪਣੇ ਕੋਲੇ ਹੁਣ cos C ਬਣੇਗਾ ਬੇਸ ਓਵਰ ਹਾਈਪੋਟੇਨਿਊਜ਼। ਬੇਸ ਹੈ 7 ਸੈਂਟੀਮੀਟਰ ਔਰ ਹਾਈਪੋਟੇਨਿਊਜ਼ ਹੈ 25। ਪਾਰਟ 2 ਇਸ ਦਾ ਸਾਈਨ A। ਹੁਣ ਬੇਟੇ ਇਸ ਪਾਰਟ ਦੇ ਵਿੱਚ ਆਪਾਂ ਕੀ ਕਰਨਾ ਹੈ, ਹੁਣ ਆ ਜਿਹੜਾ ਟਰਾਇੰਗਲ ਹੈ ਇਸ ਟਰਾਇੰਗਲ ਦੇ ਐਂਗਲ ਆਪਾਂ A ਨੂੰ ਦੇਖਣਾ ਹੈ। ਇਸ A ਦੇ ਅਕੋਰਡਿੰਗਲੀ ਆ ਦੇਖੋ ਜਿਹੜੀ ਆ ਸਾਈਡ ਹੈ ਅਦਰ ਦੈਨ ਹਾਈਪੋਟੇਨਿਊਜ਼, ਬਿਕੋਜ਼ ਹਾਈਪੋਟੇਨਿਊਜ਼ ਇਜ਼ ਕਾਮਨ ਟੂ ਬੋਥ ਦ ਐਂਗਲਸ। ਇਸ ਨੂੰ ਛੱਡ ਕੇ ਜਿਹੜੀ ਦੂਸਰੀ ਸਾਈਡ ਹੈ AB ਹੈ, ਇਸ ਵਿੱਚ AB ਬੇਸ ਹੈ ਔਰ BC ਪਰਪੈਂਡੀਕੂਲਰ ਹੈ। ਤਾਂ ਸਾਈਨ A ਦੇ ਲਈ ਆਪਾਂ ਲਾਵਾਂਗੇ BC ਓਵਰ AC। ਕਿੰਨਾ ਹੋ ਗਿਆ ਇਹ, BC ਸੀਗਾ 7 ਸੈਂਟੀਮੀਟਰ ਓਵਰ AC ਹੈ 25 ਸੈਂਟੀਮੀਟਰ। cos A ਆਪਣਾ ਬਣੇਗਾ ਬੇਸ ਓਵਰ that is base over hypotenuse। base is 24 ਤੇ hypotenuse है 25। To clear this topic we will do one more question। So question number 2, we are given triangle PQR in which angle Q is equal to 90 degree and we have to find value of tan P minus cot R। So बेटा सब तो पहला स्टेप की है, ट्राइंगल ਦੀ ਜੋ ਤੀਸਰੀ ਸਾਈਡ ਹੈ ਆਪਾਂ ਉਹਨੂੰ ਫਾਈਂਡ ਕਰਨਾ ਹੈ ਤੇ ਇਹ ਤੀਸਰੀ ਸਾਈਡ ਨੂੰ ਫਾਈਂਡ ਕਰਨ ਦਾ ਆਪਣਾ ਸਭ ਤੋਂ ਪਹਿਲਾ ਸਟੈਪ ਹੈ ਪਾਈਥਾਗੋਰਸ ਪ੍ਰੋਪਰਟੀ। ਸੋ ਪਾਈਥਾਗੋਰਸ ਪ੍ਰੋਪਰਟੀ ਨੂੰ ਯੂਜ਼ ਕਰਦੇ ਹੋਏ ਆਪਾਂ ਫਾਈਂਡ ਕਰਾਂਗੇ ਤੀਸਰੀ ਸਾਈਡ QR is equal to 5। ਇੱਥੋਂ ਤੱਕ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੀ ਹੋਏਗਾ। ਹੁਣ ਦੂਸਰਾ ਸਟੈਪ ਜਿਹੜਾ ਆਪਾਂ ਟ੍ਰਿਗਨੋਮੈਟਰੀ ਦਾ ਲਗਾਉਣਾ ਹੈ ਉਹ ਕੀ ਹੈ,
पंडित बद्री प्रसाद हर हर बोले सोना चांदी तोले। अगेन P over H equal to sin, B over H equal to cos and P over B is equal to tan। ਅਸੀਂ ਫਾਈਂਡ ਕਰਨਾ ਸੀਗਾ tan P। tan P ਨੂੰ ਫਾਈਂਡ ਕਰਨ ਦੇ ਲਈ ਅਸੀਂ ਫਿਰ ਦੁਬਾਰਾ ਇਸ ਟ੍ਰਾਇੰਗਲ ਤੇ ਜਾਂਦੇ ਹਾਂ ਤੇ ਦੇਖਦੇ ਹਾਂ ਕਿ ਇਹਦਾ ਕੀ ਫਾਰਮੂਲਾ ਹੈ। tan P tan ਦੇ ਲਈ ਆਪਾਂ T ਰੇਸ਼ੋ ਯੂਜ਼ ਕਰਦੇ ਹਾਂ ਪਰਪੈਂਡੀਕੂਲਰ ਓਵਰ ਬੇਸ। ਤਾਂ ਆਪਾਂ ਇਹਦੇ ਵਿੱਚ ਇਹ ਵੇਖਣਾ ਇਹਦਾ ਪਰਪੈਂਡੀਕੂਲਰ ਕਿਹੜਾ ਹੈ ਤੇ ਬੇਸ ਕਿਹੜਾ ਹੈ। ਬੇਟੇ ਆਪਾਂ ਐਂਗਲ P ਦੀ ਗੱਲ ਕਰਦੇ ਹਾਂ ਤਾਂ P ਐਂਗਲ ਜਿਹੜੀ ਸਾਈਡ ਦੇ ਨਾਲ ਬਣਿਆ ਹੋਇਆ ਹੈ ਹਾਈਪੋਟੇਨਿਊਜ਼ ਨੂੰ ਛੱਡ ਦਿਓ ਤੇ ਜਿਹੜੀ ਦੂਸਰੀ ਸਾਈਡ ਹੈ ਦੈਟ ਇਜ਼ ਬੇਸ। ਤਾਂ ਇਹਦੇ ਵਿੱਚ P ਦੇ ਅਕੋਰਡਿੰਗਲੀ ਬੇਸ ਜਿਹੜਾ ਹੈ ਉਹ PQ ਹੈ ਤੇ ਪਰਪੈਂਡੀਕੂਲਰ ਜਿਹੜਾ ਹੈ ਦੈਟ ਇਜ਼ QR। ਤਾਂ ਆਪਣਾ ਫਾਰਮੂਲਾ ਲਗਾਇਆ ਆਪਾਂ P over B ਦਾ, ਪਰਪੈਂਡੀਕੂਲਰ ਸੀ ਸਾਡੇ ਕੋਲੇ 5 ਤੇ ਬੇਸ ਜਿਹੜਾ ਹੈਗਾ PQ ਦੈਟ ਇਜ਼ 12। ਸੋ tan P ਦੀ ਵੈਲਿਊ ਆ ਗਈ ਸਾਡੇ ਕੋਲੇ 5/12। ਦੂਸਰਾ ਆਪਾਂ ਫਾਈਂਡ ਕਰਨਾ ਹੈ cot R। ਹੁਣ ਆਪਾਂ ਇਸ ਐਂਗਲ ਦੀ ਗੱਲ ਕਰਾਂਗੇ cot R ਆਪਾਂ ਇਹਦੇ ਵਿੱਚੋਂ ਬਣਾਉਣਾ ਹੈ। ਇਸ ਐਂਗਲ ਦੇ ਅਕੋਰਡਿੰਗਲੀ ਅਸੀਂ ਇਹ ਦੇਖਣਾ ਹੈ ਇਹਦਾ ਬੇਸ ਕਿਹੜਾ ਹੈ ਤੇ ਪਰਪੈਂਡੀਕੂਲਰ ਕਿਹੜਾ ਹੈ। R ਦੇ ਅਕੋਰਡਿੰਗਲੀ ਜੇ ਆਪਾਂ ਦੇਖੀਏ R ਜਿਹੜੀ ਸਾਈਡ ਦੇ ਨਾਲ ਬਣਿਆ ਹੋਇਆ ਦੈਟ ਇਜ਼ QR। ਸੋ ਇਟਸ ਬੇਸ ਇਜ਼ QR ਐਂਡ ਇਹਦੇ ਸਾਹਮਣੇ ਦੀ ਜਿਹੜੀ ਸਾਈਡ ਹੈ ਦੈਟ ਇਜ਼ PQ ਉਹ ਇਸ ਦਾ ਪਰਪੈਂਡੀਕੂਲਰ ਹੈ। ਪਹਿਲਾਂ ਤਾਂ ਆਪਣਾ ਇਹ ਕਲੀਅਰ ਹੋ ਗਿਆ ਕਿ ਇਹਦਾ ਬੇਸ ਹੋ ਗਿਆ QR ਤੇ ਪਰਪੈਂਡੀਕੂਲਰ ਹੋ ਗਿਆ PQ। ਦੂਸਰੀ ਚੀਜ਼ ਜਿਹੜੀ ਹੈ ਆਪਾਂ ਨੂੰ ਇਹ ਪਤਾ ਹੈ ਕਿ ਜਿਹੜਾ tan ਹੈ tan ਦਾ ਰੈਸੀਪ੍ਰੋਕਲ ਜਿਹੜਾ ਹੈਗਾ ਦੈਟ ਇਜ਼ cot। cot ਇਜ਼ ਰੈਸੀਪ੍ਰੋਕਲ ਆਫ tan। ਤਾਂ ਜੇ tan P over B ਹੈ ਤਾਂ cot ਹੋ ਗਿਆ ਬੇਸ ਓਵਰ ਪਰਪੈਂਡੀਕੂਲਰ। ਤਾਂ ਆਪਾਂ ਇੱਥੇ ਫਾਰਮੂਲਾ ਲਗਾਇਆ ਬੇਸ ਓਵਰ ਪਰਪੈਂਡੀਕੂਲਰ। ਬੇਸ ਆਪਣਾ ਸੀਗਾ ਇਹਦੇ ਵਿੱਚ 5 ਤੇ ਪਰਪੈਂਡੀਕੂਲਰ ਸੀਗਾ 12। ਸੋ ਆਪਾਂ tan P ਤੇ cot R ਦੋਨੋਂ ਫਾਈਂਡ ਕਰ ਲਈਆਂ। ਨਾਓ ਟੂ ਫਾਈਂਡ tan P ਮਾਈਨਸ cot R ਆਪਾਂ ਕੀ ਕਰਨਾ ਹੈ ਦੋਨੋਂ ਵੈਲਿਊਜ਼ ਆਪਾਂ ਇਹਦੇ ਵਿੱਚ ਲਗਾ ਦੇਣੀਆਂ ਤੇ ਮਾਈਨਸ ਕਰ ਦੇਣਾ। ਸੋ ਆਵਰ ਆਨਸਰ ਇਜ਼ ਇਕੁਅਲ ਟੂ 0। ਬਹੁਤ ਹੀ ਸਿੰਪਲ ਤੇ ਈਜ਼ੀ ਕੁਐਸਚਨ ਹੈ ਇਹ। ਲੈਟਸ ਡੂ ਵਨ ਮੋਰ ਕੁਐਸਚਨ। ਕੁਐਸਚਨ ਨੰਬਰ 4 ਗਿਵਨ 15 cot A is equal to 8 find sin A and secant A। ਤਾਂ ਜੋ ਗਿਵਨ ਹੈ ਆਪਾਂ ਉੱਥੋਂ ਕੁਐਸਚਨ ਸਟਾਰਟ ਕਰਾਂਗੇ। 15 cot A is equal to 8। 15 ਨੂੰ ਆਪਾਂ ਦੂਸਰੀ ਸਾਈਡ ਲੈ ਜਾਵਾਂਗੇ ਤਾਂ cot A is equal to 8/15। ਇਸ ਤੋਂ ਬਾਅਦ ਹੁਣ ਆਪਾਂ ਇਹ ਦੇਖਣਾ ਸਾਡੇ ਕੋਲੇ cot A ਦੀ T ਰੇਸ਼ੋ ਹੈ ਤਾਂ ਆਪਾਂ ਪੰਡਿਤ ਬੱਦਰੀ ਪ੍ਰਸਾਦ ਵਾਲਾ ਫਾਰਮੂਲਾ ਲਾਣਾ ਹੈ। ਪੰਡਿਤ ਬੱਦਰੀ ਪ੍ਰਸਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ। ਤਾਂ P over B ਸੀਗਾ tan, cot is reciprocal of tan। ਤਾਂ ਆਪਣੇ ਕੋਲੇ cot A ਦੀ ਵੈਲਿਊ ਬਣ ਗਈ ਬੇਸ ਓਵਰ ਪਰਪੈਂਡੀਕੂਲਰ। ਹੁਣ ਜਿਹੜੀ ਆਪਾਂ ਟ੍ਰਾਇੰਗਲ ਬਣਾਵਾਂਗੇ ਉਸ ਟ੍ਰਾਇੰਗਲ ਦੇ ਵਿੱਚ A ਦੇ ਅਕੋਰਡਿੰਗਲੀ ਆਪਾਂ ਬਣਾਉਣਾ ਹੈ ਤਾਂ A ਨੂੰ ਆਪਾਂ ਇਧਰ ਸਾਈਡ ਤੇ ਲੈ ਲੈਣਾ। ਤਾਂ ਟ੍ਰਾਇੰਗਲ ਆਪਾਂ ਬਣਾ ਲਿਆ ABC। ਐਂਗਲ B ਰਾਈਟ ਐਂਗਲ ਹੈ। A ਦੇ ਅਕੋਰਡਿੰਗਲੀ ਆਪਾਂ ਤਿੰਨੋਂ ਸਾਈਡਸ ਬਣਾਵਾਂਗੇ ਤਾਂ ਬੇਸ ਇਹਦੇ ਵਿੱਚ ਜੇ ਆਪਾਂ ਆਹ ਵਾਲਾ A ਐਂਗਲ ਲਿਆ ਤਾਂ ਬੇਸ ਹੋ ਗਿਆ AB ਤੇ ਪਰਪੈਂਡੀਕੂਲਰ ਹੋ ਗਿਆ CB। ਬੇਸ ਹੋ ਗਿਆ 8 ਤੇ ਪਰਪੈਂਡੀਕੂਲਰ ਹੋ ਗਿਆ 15। ਬਟ ਇਸ ਕੁਐਸਚਨ ਦੇ ਵਿੱਚ ਕੀ ਟਵਿਸਟ ਹੈ ਜਿਹੜੇ ਆਪਾਂ ਪਹਿਲਾਂ ਕੀਤੇ ਸੀ ਉਹਨਾਂ ਦੇ ਵਿੱਚ ਸਾਨੂੰ ਸਾਈਡਾਂ ਦੀ ਮੈਜ਼ਰਮੈਂਟ ਨਾਲ ਦਿੱਤੀ ਹੋਈ ਸੀ। ਸੈਂਟੀਮੀਟਰ ਗਿਵਨ ਸੀ। ਕਿਸੇ ਇੱਕ ਮੈਜ਼ਰਮੈਂਟ ਕੋਈ ਵੀ ਯੂਨਿਟਸ ਹੋ ਸਕਦੇ ਹੈ ਲੇਕਿਨ ਇਸ ਵਾਰ ਸਾਨੂੰ T ਰੇਸ਼ੋ ਦਿੱਤੀ ਹੋਈ ਹੈ। ਇਟ ਮੀਨਸ ਵੀ ਹੈਵ ਓਨਲੀ ਰੇਸ਼ੋ ਆਫ ਸਾਈਡਸ। ਇਸ ਕਰਕੇ ਆਪਾਂ ਇੱਥੇ ਕਾਮਨ ਰੇਸ਼ੋ K ਲੈਟ ਕਰ ਲੈਣੀ ਹੈ। ਦਿਸ ਇਜ਼ ਮੋਸਟ ਇੰਪੋਰਟੈਂਟ। ਤਾਂ ਲੈਟ ਕਾਮਨ ਰੇਸ਼ੋ ਵੀ K। ਤਾਂ ਜਿਹੜਾ ਆਪਣੇ ਕੋਲੇ ਬੇਸ ਸੀਗਾ ਦੈਟ ਇਜ਼ 8K ਐਂਡ ਪਰਪੈਂਡੀਕੂਲਰ ਬਿਕਮਸ 15K। ਫਿਰ ਆਪਾਂ ਹੁਣ ਇਸ 'ਚ ਪਾਈਥਾਗੋਰਸ ਲਗਾ ਕੇ ਆ ਤੀਸਰੀ ਵਾਲੀ ਸਾਈਡ ਨੂੰ ਫਾਈਂਡ ਕਰਾਂਗੇ ਤਾਂ AC ਸਕੁਏਅਰ ਇਜ਼ ਇਕੁਅਲ ਟੂ AB ਸਕੁਏਅਰ ਪਲੱਸ BC ਸਕੁਏਅਰ। ਇਹਨਾਂ ਦੀਆਂ ਆਪਾਂ ਵੈਲਿਊਜ਼ ਪੁੱਟ ਕਰ ਦਿੱਤੀਆਂ। BC ਸੀਗਾ ਆਪਣੇ ਕੋਲੇ 15K ਤਾਂ ਜਦੋਂ ਆਪਾਂ ਇਹਦਾ ਸਕੁਏਅਰ ਕੀਤਾ 225K ਸਕੁਏਅਰ ਹੋ ਗਿਆ। ਇਹ ਬਣ ਗਿਆ 64K ਸਕੁਏਅਰ। ਦੋਨਾਂ ਨੂੰ ਐਡ ਕੀਤਾ 289K ਸਕੁਏਅਰ। AC ਸਕੁਏਅਰ ਦੀ ਵੈਲਿਊ ਆ ਗਈ ਆਪਣੇ ਕੋਲੇ 17K ਹੋਲ ਸਕੁਏਅਰ। AC ਹੋ ਚੁੱਕੇ ਸਾਡੇ ਕੋਲ 17K। ਦਿਸ ਇਜ਼ ਦਾ ਥਰਡ ਸਾਈਡ 17K। ਹੁਣ ਸਾਡੇ ਕੋਲ ਇਸ ਟ੍ਰਾਇੰਗਲ ਦੀਆਂ ਰਾਈਟ ਟ੍ਰਾਇੰਗਲ ਦੀਆਂ ਤਿੰਨੋਂ ਸਾਈਡਸ ਆ ਚੁੱਕੀਆਂ। ਹਾਈਪੋਟੇਨਿਊਜ਼ ਆ ਗਿਆ 17K, ਪਰਪੈਂਡੀਕੂਲਰ 15K, ਬੇਸ ਵੀ ਆਲਰੇਡੀ ਹੈਵ 8K।
ਤਾਂ ਹੁਣ ਆਪਾਂ ਫਾਈਂਡ ਕਰਨਾ ਸੀ ਸਾਈਨ ਏ। ਸਾਈਨ ਏ ਨੂੰ ਫਾਈਂਡ ਕਰਨ ਦੇ ਲਈ ਸਾਡਾ ਫਾਰਮੂਲਾ ਹੈ P/H। ਤਾਂ P ਹੈ ਸਾਡੇ ਕੋਲੇ 15K, H ਹੈ 17K। ਆਪਾਂ ਇਹਨਾਂ ਦੀਆਂ ਵੈਲਿਊਜ਼ ਲਗਾ ਦੇਣੀਆਂ 15K/17K। K ਕਾਮਨ ਰੇਸ਼ੋ ਸੀ, ਵਿਲ ਕੈਂਸਲ ਇਟ, ਸੋ ਆਨਸਰ ਵਿਲ ਬੀ 15/17। ਤੇ ਨੈਕਸਟ ਆਪਾਂ ਬਣਾਉਣਾ ਸੀਗਾ, ਫਾਈਂਡ ਕਰਨਾ ਸੀ secant A। ਵੀ ਨੋ secant A is reciprocal of cos A। cos A is base over hypotenuse, ਤਾਂ ਫਿਰ ਇਸ ਤਰ੍ਹਾਂ secant A ਬਣ ਗਿਆ hypotenuse over base। ਤਾਂ hypotenuse ਹੈ ਸਾਡੇ ਕੋਲ 17K, base ਹੈ 8K। again we will cancel this common ratio and answer is 17/8। Dear students, question number 3, 5 and 7, try yourself. If you find any difficulty in solving these questions, please write in comment box. Now we'll do one more question, question number 8. 3 cot A is equal to 4. Check whether 1 minus tan square A over 1 plus tan square A is equal to cos square A minus sin square A or not। ਤਾਂ ਬੇਟੇ ਇਸ ਨੂੰ ਆਪਾਂ ਉਸੇ ਤਰੀਕੇ ਕਰਾਂਗੇ ਜਿਵੇਂ ਆਪਾਂ ਪਹਿਲਾਂ ਇੱਕ ਕੁਐਸਚਨ ਕੀਤਾ ਸੀ। ਜਿਹੜਾ 3 ਹੈ ਇਹਨੂੰ ਆਪਾਂ ਡਿਨੋਮੀਨੇਟਰ 'ਚ ਦੂਸਰੀ ਸਾਈਡ ਲੈ ਜਾਵਾਂਗੇ। ਸੋ cot A becomes 4/3। cot A, it is reciprocal of tan A and we know tan is equal to P/B। So cot is B/P। ਤਾਂ ਬੇਸ ਜਿਹੜਾ ਬਣੇਗਾ 4 ਤੇ ਪਰਪੈਂਡੀਕੂਲਰ ਜਿਹੜਾ ਬਣੇਗਾ 3। ਇਹਦੇ ਵਿੱਚ ਆਪਾਂ ਫਿਰ ਇਹੀ ਧਿਆਨ ਰੱਖਣਾ, ਟਰਾਇੰਗਲ ਬਣਾਉਣ ਲੱਗਿਆਂ ਇਹ ਐਂਗਲ ਹੈ ਜਿਹੜਾ ਇਹਨੂੰ ਆਪਾਂ ਰਾਈਟ ਟਰਾਇੰਗਲ ਦੀ ਇੱਕ ਸਾਈਡ ਤੇ ਲੈ ਲਾਂਗੇ, ਅਕਿਊਟ ਐਂਗਲ ਲੈ ਲਾਂਗੇ, ਬੀ ਆਪਾਂ 90 ਡਿਗਰੀ ਲੈ ਲਾਂਗੇ। ਤੇ ਉਸ ਤੋਂ ਬਾਅਦ ਜਦੋਂ ਆਪਾਂ ਸਾਈਡਸ ਲਵਾਂਗੇ ਇਹਨਾਂ ਦੀ ਸਾਨੂੰ ਰੇਸ਼ੋ ਗਿਵਨ ਹੈ, ਮੈਜਰਮੈਂਟ ਨਹੀਂ ਗਿਵਨ ਹੈਗੀ, ਇਸ ਲਈ ਮੋਸਟ ਇੰਪੋਰਟੈਂਟ ਹੈ ਲੈਟ ਕਾਮਨ ਰੇਸ਼ੋ ਬੀ K। ਸੋ ਬੇਸ ਬਿਕਮਸ 4K and perpendicular becomes 3K. By using Pythagoras, now all of you will be able to find AC. You can use it as AC square is equal to 4K whole square plus 3K whole square, 16K square plus 9K square. It becomes 25K square and AC is equal to 5K. By using all these three sides and using trigonometric ratios method, now sin A is equal to P/H। 3K over 5K, K ਨਾਲ K cancel ਹੋ ਜਾਏਗਾ ਤਾਂ sin A ਦੀ ਵੈਲਿਊ ਆ ਗਈ ਸਾਡੇ ਕੋਲੇ 3/5। cos A base over hypotenuse 4/5। ਹੁਣ ਆਪਾਂ ਕੀ ਕਰਨਾ ਹੈ, ਜਿਹੜਾ ਆਪਾਂ ਨੂੰ ਕੁਐਸਚਨ ਦਿੱਤਾ ਹੋਇਆ ਸੀਗਾ ਇਹਦੀਆਂ ਇੱਕ LHS ਲੈ ਲਾਂਗੇ, ਇੱਕ RHS ਲੈ ਲਾਂਗੇ। LHS ਦੇ ਵਿੱਚ ਆਪਾਂ tan A ਦੀਆਂ ਵੈਲਿਊਜ਼ ਫਿਲ ਕਰ ਦਿਆਂਗੇ, RHS ਦੇ ਵਿੱਚ cos ਤੇ sin ਦੀਆਂ ਵੈਲਿਊਜ਼ ਫਿਲ ਕਰ ਦਿਆਂਗੇ। cot A ਸੀਗਾ ਆਪਣੇ ਕੋਲੇ 4/3, tan A ਦਾ ਰੈਸੀਪ੍ਰੋਕਲ ਹੈ, ਸੋ ਇਟ ਵਿਲ ਬੀ 3/4। ਤਾਂ ਆਪਾਂ ਕੀ ਕੀਤਾ, 1 - 3/4 ਇੱਥੇ ਸਕੇਅਰ ਹੈ, tan A ਦਾ ਹੋਲ ਸਕੇਅਰ ਹੈ, ਇਸ ਲਈ ਆਪਾਂ 3/4 ਲਗਾ ਕੇ ਉਹਦਾ ਹੋਲ ਸਕੇਅਰ ਕਰ ਦੇਣਾ ਹੈ। ਇੱਥੇ ਨੀਚੇ ਵੀ ਆਪਾਂ tan A ਦੀ ਵੈਲਿਊ ਫਿਲ ਕਰ ਦੇਣੀ ਹੈ। ਤਾਂ ਇਹ ਬਣ ਗਿਆ ਆਪਣੇ ਕੋਲੇ 9/16, 1 - 9/16, 1 + 9/16, 16 LCM ਲੈ ਕੇ ਮਾਈਨਸ ਕਰ ਲਾਂਗੇ, ਨੀਚੇ ਆਪਾਂ ਡਿਨੋਮੀਨੇਟਰ 'ਚ ਐਡ ਕਰ ਲਾਂਗੇ, ਫਿਰ ਰੈਸੀਪ੍ਰੋਕਲ ਲੈ ਲਾਂਗੇ। ਤਾਂ ਲੈਫਟ ਹੈਂਡ ਸਾਈਡ ਔਨ ਸੋਲਵਿੰਗ ਵਿਲ ਗੈਟ 7/25। ਬਟ ਜੋ RHS ਹੈ ਉਹ ਸੀਗਾ ਸਾਡੇ ਕੋਲੇ T ਰੇਸ਼ੋ ਗਿਵਨ ਸੀ cos ਸਕੇਅਰ ਮਾਈਨਸ sin ਸਕੇਅਰ A। cos ਸਕੇਅਰ A ਦੀ ਜਗ੍ਹਾ ਤੇ ਆਪਾਂ 4/5 ਦਾ ਹੋਲ ਸਕੇਅਰ ਲਗਾ ਲੈਣਾ ਹੈ, ਮਾਈਨਸ sin A ਦੇ ਵਿੱਚ 3/5 ਹੋਲ ਸਕੇਅਰ ਲਗਾ ਲੈਣਾ ਹੈ। ਤਿੰਨਾਂ ਨੂੰ ਆਪਾਂ ਸੋਲਵ ਕਰ ਲੈਣਾ ਹੈ। 16/25 ਹੋ ਗਿਆ ਇਹਦਾ ਸਕੇਅਰ, 9/25 ਹੋ ਗਿਆ, ਫਿਰ ਆਪਾਂ LCM ਲਿਆ, again we get 7/25। so we can say 1 minus, ਇਸ ਤੋਂ ਬਾਅਦ ਆਪਾਂ ਲਾਸਟ ਲਾਈਨ ਆ ਵਾਲੀ ਲਿਖ ਦੇਣੀ ਹੈ ਕੁਐਸਚਨ ਦੀ, yes LHS is equal to RHS। Dear students, in the next video
I'll explain some more basics about trigonometry and we will solve some more questions. If you like this video, then share and subscribe my channel Sureshta Gupta. Thank you. Have a nice day.